ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ ਅੜਕਵਾਸ ਆਪਣੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। ਪੀਐਸਟੈਟ ਮਾਸਟਰ ਕੇਡਰ ਸਮਾਜਿਕ ਸਿੱਖਿਆ ਤੇ ਪੰਜਾਬੀ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਉਹ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਮਾਸਟਰ ਕੇਡਰ ਸਮਾਜਿਕ ਸਿੱਖਿਆ ਤੇ ਪੰਜਾਬੀ ਦੇ ਨਾਲ ਸੰਬੰਧਿਤ ਤੇ ਪੀਐਸਟੈਟ ਦੇ ਨਾਲ ਸੰਬੰਧਿਤ ਬਹੁਤ ਸਾਰੀ ਵੀਡੀਓਜ਼ ਅਸੀਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜੀ। ਆਪ ਸਭ ਨੇ ਉਹ ਵੀਡੀਓਜ਼ ਜ਼ਰੂਰ ਵੇਖ ਲੈਣੀਆਂ ਤਾਂ ਕਿ ਤੁਹਾਡਾ ਸਿਲੇਬਸ ਚੰਗੀ ਤਰ੍ਹਾਂ ਕਵਰ ਹੋ ਸਕੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ 8ਵੀਂ ਸਪੈਸ਼ਲ ਟੈਸਟ ਸੀਰੀਜ਼ ਸਮਾਜਿਕ ਸਿੱਖਿਆ, ਜਿਸ ਦੇ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ 25 ਪ੍ਰਸ਼ਨ ਸਿਲੈਕਟ ਕੀਤੇ ਹਨ ਜੋ ਆਮ ਤੌਰ ਤੇ ਪੇਪਰਸ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਹੁਣ ਤੱਕ ਦੀ ਤਿਆਰੀ ਦੇ ਵਿੱਚ ਅਸੀਂ ਰਿਪੀਟ ਕਰ ਚੁੱਕੇ ਹਾਂ। ਜੋ ਕੱਲ੍ਹ ਟੈਸਟ ਲਿਆ ਗਿਆ ਸੀ 7ਵੀਂ ਟੈਸਟ ਸੀਰੀਜ਼ ਸਮਾਜਿਕ ਸਿੱਖਿਆ ਦਾ, ਉਸ ਦਾ ਨਤੀਜਾ ਇਸ ਤਰ੍ਹਾਂ ਜੀ, ਜਿਸ ਦੇ ਵਿੱਚੋਂ ਟੌਪ 10 ਅਸੀਂ ਰਿਜ਼ਲਟ ਕੱਢਿਆ ਸੀ ਸਾਡੇ WhatsApp ਗਰੁੱਪ ਦੇ ਵਿੱਚ, ਜਿਸ ਦੇ ਵਿੱਚੋਂ ਕਲਪਨਾ ਆਨੰਦਪੁਰ, ਕਮਲਦੀਪ ਫਿਲੌਰ, ਸਰਬਜੀਤ ਕੌਰ ਬਠਿੰਡਾ, ਮਨਜੀਤ ਕੌਰ ਫਿਰੋਜ਼ਪੁਰ, ਨੀਸ਼ੂ ਰਾਣੀ ਮਾਨਸਾ, ਚੰਚਲ ਸਿੰਘ ਮਾਛੀਵਾੜਾ, ਵੀਰਪਾਲ ਕੌਰ ਸੁਨਾਮ, ਰਿੰਪੀ ਬਾਂਸਲ ਬਰਨਾਲਾ, ਹਰਪ੍ਰੀਤ ਕੌਰ ਫਗਵਾੜਾ ਤੇ ਗੁਰਪ੍ਰੀਤ ਕੌਰ ਪਟਿਆਲਾ ਨੇ ਟੌਪ 10 ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਜੀ। ਇਸ ਤਰ੍ਹਾਂ ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਟੈਸਟ ਸੀਰੀਜ਼ 8ਵੀਂ ਦਾ ਵੀ ਟੈਸਟ ਲਿਆ ਜਾਣਾ, ਸੋ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਵੇਖਿਓ ਜੀ। ਵੀਡੀਓ ਦੇ ਅਖੀਰ ਦੇ ਵਿੱਚ ਤੁਹਾਨੂੰ 5 ਪ੍ਰਸ਼ਨ ਜ਼ਰੂਰ ਪੁੱਟ ਕੀਤੇ ਜਾਣਗੇ ਤਾਂ ਕਿ ਤੁਹਾਡੀ ਤਿਆਰੀ ਵਧੀਆ ਢੰਗ ਦੇ ਨਾਲ ਹੋ ਸਕੇ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਸਾਰਦਾ ਐਕਟ ਦਾ ਸੰਬੰਧ ਕਿਹੜੇ ਵਿਸ਼ੇ ਨਾਲ ਹੈ? ਦਹੇਜ ਪ੍ਰਥਾ, ਪਰਦਾ ਪ੍ਰਥਾ, ਸਤੀ ਪ੍ਰਥਾ, ਬਾਲ ਵਿਆਹ। ਸੋ ਸਾਰਦਾ ਐਕਟ ਦਾ ਸੰਬੰਧ ਕਿਸ ਵਿਸ਼ੇ ਨਾਲ ਹੈ ਜੀ? ਬਾਲ ਵਿਵਾਹ ਨਾਲ। ਕਿਸ ਨਾਲ ਸੰਬੰਧ ਹੈ ਜੀ? ਬਾਲ ਵਿਵਾਹ ਦੇ ਨਾਲ। 1930 ਦੇ ਵਿੱਚ ਇਹ ਐਕਟ ਪਾਸ ਕੀਤਾ ਗਿਆ। 1930 ਦੇ ਵਿੱਚ ਇਹ ਐਕਟ ਪਾਸ ਹੋਇਆ ਲਾਰਡ ਇਰਵਿਨ ਦੇ ਸਮੇਂ। ਉਸ ਸਮੇਂ ਕੌਣ ਸੀਗਾ ਵਾਇਸਰਾਏ? ਲਾਰਡ ਇਰਵਿਨ, ਜਿਸ ਦੇ ਅਧੀਨ ਕੀ ਕੀਤਾ ਗਿਆ ਸੀ? ਵਿਆਹ ਦੇ ਲਈ ਲੜਕਿਆਂ ਦੀ ਉਮਰ 18 ਤੇ ਲੜਕੀਆਂ ਦੀ ਉਮਰ 14 ਨਿਸ਼ਚਿਤ ਕੀਤੀ ਗਈ ਸੀ। ਧਿਆਨ ਦੇ ਨਾਲ ਦੇਖਿਓ ਜੀ, ਸਾਰਦਾ ਐਕਟ ਬਾਲ ਵਿਵਾਹ ਦੇ ਨਾਲ ਸੰਬੰਧਿਤ ਹੈ ਜੋ 1930 ਦੇ ਵਿੱਚ ਪਾਸ ਕੀਤਾ ਗਿਆ ਸੀ। ਉਸ ਸਮੇਂ ਵਾਇਸਰਾਏ ਕੌਣ ਸੀ? ਲਾਰਡ ਇਰਵਿਨ, ਜਿਸ ਦੇ ਅਧੀਨ ਲੜਕੀਆਂ ਦੀ ਉਮਰ 18 ਸਾਲ ਤੇ ਵਿਆਹ ਦੇ ਲਈ ਲੜਕੀਆਂ ਦੀ ਉਮਰ 14 ਸਾਲ ਨਿਸ਼ਚਿਤ ਕੀਤੀ ਗਈ ਸੀ। 42ਵੇਂ ਸੰਵਿਧਾਨ ਸੰਸ਼ੋਧਨ ਵਿੱਚ ਕਿਹੜਾ ਨਵਾਂ ਨਿਰਦੇਸ਼ਕ ਸਿਧਾਂਤ ਸ਼ਾਮਲ ਕੀਤਾ ਗਿਆ? ਮੁਫਤ ਸਿੱਖਿਆ ਦੇਣਾ, ਮੁਫਤ ਸਿਹਤ ਸੇਵਾਵਾਂ ਦੇਣਾ, ਮੁਫਤ ਕਾਨੂੰਨੀ ਸਲਾਹ ਦੇਣਾ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਸੋ 42ਵੇਂ ਸੰਵਿਧਾਨ ਸੰਸ਼ੋਧਨ ਦੇ ਵਿੱਚ ਕਿਹੜਾ ਨਵਾਂ ਨਿਰਦੇਸ਼ਕ ਸਿਧਾਂਤ ਜੋੜਿਆ ਗਿਆ ਜੀ? ਉਹ ਹੈ ਮੁਫਤ ਕਾਨੂੰਨੀ ਸਲਾਹ ਦੇਣਾ। 42ਵਾਂ ਸੰਸ਼ੋਧਨ ਹੈ ਜੋ 1976 ਦੇ ਵਿੱਚ ਪਾਸ ਕੀਤਾ ਗਿਆ। ਇਸ ਦੇ ਵਿੱਚ ਸਰਵਣ ਸਿੰਘ ਕਮੇਟੀ ਨੇ, ਯਾਦ ਰੱਖਿਓ ਜੀ, ਸਰਵਣ ਸਿੰਘ ਕਮੇਟੀ ਨੇ ਸਿਫਾਰਸ਼ ਕੀਤੀ ਸੀ ਜਿਸ ਦੇ ਅਧੀਨ ਮੁਫਤ ਕਾਨੂੰਨੀ ਸਲਾਹ ਨੂੰ ਇੱਕ ਨਿਰਦੇਸ਼ਕ ਸਿਧਾਂਤ ਦੇ ਤੌਰ ਤੇ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਕਿਸ ਆਰਟੀਕਲ ਅਧੀਨ ਜੀ? 39A। ਮੁਫਤ ਕਾਨੂੰਨੀ ਸਲਾਹ ਦੇਣਾ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਆਰਟੀਕਲ 39A ਦੇ ਵਿੱਚ ਐਡ ਕੀਤਾ ਗਿਆ 42ਵੇਂ ਸੰਸ਼ੋਧਨ ਦੁਆਰਾ। ਕਿਸ ਦੀ ਸਿਫਾਰਸ਼ ਤੇ? ਸਰਵਣ ਸਿੰਘ ਕਮੇਟੀ ਦੀ ਸਿਫਾਰਸ਼ ਤੇ। ਸੋ ਨੈਕਸਟ ਕਰਾਂਗੇ ਜੀ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਸੰਵਿਧਾਨ ਦੀ ਮੂਲ ਆਤਮਾ ਕਿਸ ਨੇ ਕਿਹਾ? ਡਾਕਟਰ BR ਅੰਬੇਡਕਰ, ਜਵਾਹਰ ਲਾਲ ਨਹਿਰੂ, ਗ੍ਰੈਨਵਿਲ ਆਸਟਿਨ, ਮਹਾਤਮਾ ਗਾਂਧੀ। ਸੋ ਕਿਸ ਨੇ ਕਿਹਾ ਸੀਗਾ ਜੀ? ਗ੍ਰੈਨਵਿਲ ਆਸਟਿਨ ਨੇ। ਗ੍ਰੈਨਵਿਲ ਆਸਟਿਨ ਨੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਸੰਵਿਧਾਨ ਦੀ ਮੂਲ ਆਤਮਾ ਕਿਹਾ ਹੈ। ਡਾਕਟਰ BR ਅੰਬੇਡਕਰ ਨੇ ਆਰਟੀਕਲ 32 ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਨੂੰ ਸੰਵਿਧਾਨ ਦੀ ਆਤਮਾ
ਕਿਹਾ ਹੈ ਤੇ ਸੰਵਿਧਾਨ ਦੀ ਮੂਲ ਆਤਮਾ ਨਿਰਦੇਸ਼ਕ ਸਿਧਾਂਤਾਂ ਨੂੰ ਕਿਹਾ ਸੀਗਾ ਗ੍ਰੀਨਵਿਲ ਆਸਟਿਨ ਨੇ। ਭਾਰਤ ਦਾ ਪਹਿਲਾ ਰਾਜਨੀਤਿਕ ਕੈਦੀ ਦੀ ਉਪਾਧੀ ਕਿਸ ਭਾਰਤੀ ਨੇਤਾ ਨੂੰ ਪ੍ਰਾਪਤ ਹੈ? ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ, ਗੋਪਾਲ ਕ੍ਰਿਸ਼ਨ ਗੋਖਲੇ, CR ਦਾਸ। ਸੋ ਕਿਹੜੇ ਭਾਰਤੀ ਨੇਤਾ ਨੂੰ ਭਾਰਤ ਦਾ ਪਹਿਲਾ ਰਾਜਨੀਤਿਕ ਕੈਦੀ ਕਿਹਾ ਜਾਂਦਾ? ਸੋ ਰਾਈਟ ਆਨਸਰ ਹੈ ਜੀ ਬਾਲ ਗੰਗਾਧਰ ਤਿਲਕ। ਬਾਲ ਗੰਗਾਧਰ ਤਿਲਕ ਪਹਿਲਾ ਪੱਤਰਕਾਰ ਸੀ ਜਿਸ ਨੂੰ ਕੈਦ ਕੀਤਾ ਗਿਆ ਸੀ। ਉਹਨਾਂ ਨੇ ਕੇਸਰੀ ਅਖਬਾਰ ਦੇ ਵਿੱਚ ਸਰਕਾਰ ਦੇ ਵਿਰੁੱਧ ਆਪਣੇ ਵਿਚਾਰ ਪੇਸ਼ ਕੀਤੇ ਸੀ, ਜਿਸ ਕਾਰਨ ਉਹਨਾਂ ਨੂੰ 1908 ਦੇ ਵਿੱਚ ਬਰਮਾ ਦੀ ਮਾਂਡਲੇ ਜੇਲ੍ਹ ਦੇ ਵਿੱਚ ਕਿੰਨੇ ਸਾਲ ਦੀ ਕੈਦ ਕੱਟਣੀ ਪਈ ਸੀ ਜੀ? 6 ਸਾਲ ਦੀ। ਧਿਆਨ ਦੇ ਨਾਲ ਸੁਣਿਓ ਜੀ। ਬਾਲ ਗੰਗਾਧਰ ਤਿਲਕ ਨੇ, ਉਹਨਾਂ ਦਾ ਅਖਬਾਰ ਸੀ ਕੇਸਰੀ ਅਖਬਾਰ, ਉਹਨਾਂ ਦੇ ਵਿੱਚ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਆਪਣੇ ਵਿਚਾਰ ਦਿੱਤੇ ਉਹਨਾਂ ਨੂੰ, ਤਾਂ 1908 ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਬਰਮਾ ਦੀ ਮਾਂਡਲੇ ਜੇਲ੍ਹ ਦੇ ਵਿੱਚ 6 ਸਾਲਾਂ ਦੇ ਲਈ। ਇਸ ਕਰਕੇ ਉਹਨਾਂ ਨੂੰ ਭਾਰਤ ਦਾ ਪਹਿਲਾ ਰਾਜਨੀਤਿਕ ਕੈਦੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਬਣਾਈ ਸੀ ਰਾਸ਼ਟਰਵਾਦੀ ਪਾਰਟੀ। ਕਿਹੜੀ ਪਾਰਟੀ ਦਾ ਗਠਨ ਕੀਤਾ ਸੀ ਜੀ? ਰਾਸ਼ਟਰਵਾਦੀ ਪਾਰਟੀ ਦਾ। ਨੈਕਸਟ ਕਰਾਂਗੇ ਜੀ, ਕਿਹੜੀ ਪੁਸਤਕ ਨੂੰ ਰਾਜਨੀਤਿਕ ਅਵਸਥਾ 'ਤੇ ਆਧਾਰਿਤ ਭਾਰਤ ਦੀ ਪਹਿਲੀ ਪੁਸਤਕ ਮੰਨਿਆ ਗਿਆ ਹੈ? ਇੰਡੀਕਾ, ਦਾ ਪ੍ਰਿੰਸ, ਹਿੰਦ ਸਵਰਾਜ, ਅਰਥ ਸ਼ਾਸਤਰ। ਸੋ ਕਿਹੜੀ ਪੁਸਤਕ ਨੂੰ ਮੰਨਿਆ ਗਿਆ ਜੀ? ਅਰਥ ਸ਼ਾਸਤਰ ਨੂੰ। ਇਸ ਦੇ ਵਿੱਚ ਇੰਡੀਕਾ ਕਿਸ ਦੀ ਰਚਨਾ ਹੈ ਜੀ? ਮੈਗਸਥਨੀਜ਼ ਦੀ। ਦਾ ਪ੍ਰਿੰਸ ਮੈਕੈਵਲੀ ਦੀ। ਹਿੰਦ ਸਵਰਾਜ MK ਗਾਂਧੀ ਦੀ। ਅਰਥ ਸ਼ਾਸਤਰ ਕੌਟਲਿਆ, ਜੋ ਕਿ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਤੇ ਸਲਾਹਕਾਰ ਰਿਹਾ, ਉਹਨਾਂ ਨੇ ਰਚਨਾ ਕੀਤੀ ਸੀ ਅਰਥ ਸ਼ਾਸਤਰ, ਜਿਸ ਦੇ ਵਿੱਚ 15 ਅਧਿਕਰਨ ਤੇ 180 ਪ੍ਰਕਰਨ ਹਨ। ਇਹ ਪਹਿਲੀ ਪੁਸਤਕ ਹੈ ਜੋ ਰਾਜਨੀਤੀ 'ਤੇ ਆਧਾਰਿਤ ਸੀ। ਇਸ ਕਾਰਨ ਅਰਥ ਸ਼ਾਸਤਰ ਨੂੰ ਭਾਰਤ ਦੀ ਪਹਿਲੀ ਰਾਜਨੀਤਿਕ ਪੁਸਤਕ ਮੰਨਿਆ ਗਿਆ ਹੈ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਜੇਕਰ ਕਿਸੇ ਵੀ ਅਧਿਆਪਕ ਸਾਥੀ ਨੇ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਕਰਨਾ PS TET ਅਤੇ ਮਾਸਟਰ ਕੇਡਰ ਦੀ ਤਿਆਰੀ ਕਰਨ ਦੇ ਲਈ, ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ 971500 8800। ਸਾਡੇ WhatsApp ਗਰੁੱਪ ਦੇ ਵਿੱਚ ਤੁਹਾਨੂੰ ਹਰ ਰੋਜ਼ ਟੈਸਟ ਸੀਰੀਜ਼ ਤੇ ਟੌਪਿਕ ਹੈਂਡ ਰਿਟਨ ਨੋਟਸ ਪ੍ਰੋਵਾਈਡ ਕਰਵਾਏ ਜਾਣਗੇ ਜੀ, ਤੇ ਹਰ ਇੱਕ ਐਤਵਾਰ ਨੂੰ 150 ਪ੍ਰਸ਼ਨਾਂ ਦਾ ਗਰੁੱਪ ਟੈਸਟ ਵੀ ਲਿਆ ਜਾਂਦਾ ਜੀ। ਸੋ ਜੇਕਰ ਕਿਸੇ ਵੀ ਸਾਥੀ ਨੇ ਤਿਆਰੀ ਕਰਨੀ ਹੋਵੇ ਸਾਡੇ ਕੋਲ, ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 971500 8800। ਨੈਕਸਟ ਕਰਾਂਗੇ ਜੀ, ਸੁਤੰਤਰ ਭਾਰਤ ਦੇ ਵਿੱਚ ਗਵਰਨਰ ਜਨਰਲ ਦੇ ਪਦ ਨੂੰ ਕਦੋਂ ਖਤਮ ਕੀਤਾ ਗਿਆ? ਆਜ਼ਾਦ ਭਾਰਤ ਵਿੱਚ ਗਵਰਨਰ ਜਨਰਲ ਦਾ ਪਦ ਕਦੋਂ ਖਤਮ ਕੀਤਾ ਗਿਆ ਜੀ? 15 ਅਗਸਤ 1947, 26 ਜਨਵਰੀ 1950, 26 ਜਨਵਰੀ 1949, 18 ਜੁਲਾਈ 1947। ਸੋ ਕਦੋਂ ਖਤਮ ਕੀਤਾ ਗਿਆ ਸੀਗਾ ਜੀ? 26 ਜਨਵਰੀ 1950। 26 ਜਨਵਰੀ 1950 ਨੂੰ ਭਾਰਤ ਦੇ ਵਿੱਚ ਗਵਰਨਰ ਜਨਰਲ ਦੀ ਪਦਵੀ ਨੂੰ ਖਤਮ ਕੀਤਾ ਗਿਆ ਸੀਗਾ। ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਸੀ ਮਾਊਂਟਬੈਟਨ। ਕੌਣ ਸੀ ਜੀ? ਮਾਊਂਟਬੈਟਨ। ਤੇ ਪਹਿਲੇ ਭਾਰਤੀ ਗਵਰਨਰ ਜਨਰਲ ਕੌਣ ਸੀ ਜੀ? CR ਗੋਪਾਲਾਚਾਰੀਆ। ਕੌਣ ਸੀ ਜੀ? ਚੱਕਰਵਰਤੀ ਗੋਪਾਲਾਚਾਰੀਆ। ਚੱਕਰਵਰਤੀ ਗੋਪਾਲਾਚਾਰੀਆ ਭਾਰਤੀ ਗਵਰਨਰ ਜਨਰਲ ਸੀ। ਜਦੋਂ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ, ਤਾਂ ਉਸ ਸਮੇਂ ਗਵਰਨਰ ਜਨਰਲ ਦੀ ਪਦਵੀ ਨੂੰ ਖਤਮ ਕਰਕੇ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਭਾਰਤ ਦਾ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਸੀਗਾ ਜੀ, ਤੇ ਭਾਰਤ ਦੇ ਰਾਸ਼ਟਰਪਤੀ ਨੂੰ ਸੰਵਿਧਾਨਕ ਮੁਖੀ ਐਲਾਨਿਆ ਗਿਆ ਸੀ। ਸੋ ਜ਼ਰੂਰ ਯਾਦ ਰੱਖਿਓ ਜੀ, 26 ਜਨਵਰੀ 1950 ਨੂੰ
ਗਵਰਨਰ ਜਨਰਲ ਦੀ ਪਦਵੀ ਨੂੰ ਖਤਮ ਕੀਤਾ ਗਿਆ ਸੀ। ਉਸ ਦੀ ਜਗ੍ਹਾ 'ਤੇ ਰਾਸ਼ਟਰਪਤੀ ਨੂੰ ਨਿਯੁਕਤ ਕੀਤਾ ਗਿਆ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਨਿਯੁਕਤ ਕੀਤਾ ਗਿਆ ਸੀਗਾ। ਅਤੇ ਆਖਰੀ ਭਾਰਤੀ ਗਵਰਨਰ ਜਨਰਲ ਕੌਣ ਸੀ? ਗੋਪਾਲਾਚਾਰੀਆ। ਭਾਰਤ ਦੇ ਕਿੰਨੇ ਰਾਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਾਜ ਸਭਾ ਦੀ ਸਿਰਫ ਇੱਕ ਸੀਟ ਹੈ? ਸੋ ਕਿੰਨੇ ਰਾਜ ਨੇ ਜੀ? 10, 11, 8, 9। ਸੋ ਰਾਈਟ ਆਨਸਰ ਹੈ ਜੀ 9 ਰਾਜ। ਭਾਰਤ ਦੇ ਵਿੱਚ 9 ਰਾਜਾਂ ਦੇ ਵਿੱਚ ਰਾਜ ਸਭਾ ਦੀ ਸਿਰਫ ਇੱਕ ਸੀਟ ਹੈ। ਉਹ 9 ਰਾਜ ਕਿਹੜੇ ਨੇ ਜੀ? ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਤ੍ਰਿਪੁਰਾ, ਸਿੱਕਮ, ਮਿਜ਼ੋਰਮ, ਮੇਘਾਲਿਆ, ਗੋਆ ਅਤੇ ਪਾਂਡੀਚੁਰੀ। ਇਹ 9 ਰਾਜ ਨੇ ਜੀ ਜਿਨ੍ਹਾਂ ਦੇ ਵਿੱਚ ਸਿਰਫ ਰਾਜ ਸਭਾ ਦੀ ਇੱਕ ਸੀਟ ਹੈ। ਰਾਜ ਸਭਾ ਦੀਆਂ ਕੁੱਲ ਸੀਟਾਂ ਕਿੰਨੀਆਂ ਨੇ ਜੀ? 250। ਰਾਜ ਸਭਾ ਦੀਆਂ ਕੁੱਲ 250 ਸੀਟਾਂ ਨੇ। ਸੋ ਇਹਨਾਂ 9 ਰਾਜਾਂ ਦੇ ਵਿੱਚ ਰਾਜ ਸਭਾ ਦੀ ਸਿਰਫ ਇੱਕ ਸੀਟ ਹੈ ਜੀ। ਸੋ ਰਾਜ ਸਭਾ ਦਾ ਪਹਿਲਾ ਵਰਤਮਾਨ ਸਭਾਪਤੀ ਕੌਣ ਆ? ਵੈਂਕਈਆ ਨਾਇਡੂ। ਆਜ਼ਾਦ ਹਿੰਦ ਫੌਜ ਦੁਆਰਾ ਸੁਤੰਤਰ ਭਾਰਤ ਦੀ ਅਸਥਾਈ ਸਰਕਾਰ ਦੀ ਸਥਾਪਨਾ ਕਿੱਥੇ ਕੀਤੀ ਗਈ? ਟੋਕੀਓ, ਬਰਮਾ, ਸਿੰਗਾਪੁਰ, ਸਾਨ ਫਰਾਂਸਿਸਕੋ। ਸੋ ਆਜ਼ਾਦ ਹਿੰਦ ਫੌਜ ਦੁਆਰਾ ਸੁਤੰਤਰ ਭਾਰਤ ਦੀ ਅਸਥਾਈ ਸਰਕਾਰ ਦੀ ਸਥਾਪਨਾ ਸਿੰਗਾਪੁਰ ਵਿਖੇ ਕੀਤੀ ਗਈ ਸੀ ਜੀ। ਲਾਲ ਬਹਾਦਰ ਕਿਸ ਦੁਆਰਾ ਕੀਤੀ ਗਈ ਸੀ ਜੀ? ਸੁਭਾਸ਼ ਚੰਦਰ ਬੋਸ ਦੁਆਰਾ ਕੀਤੀ ਗਈ ਸੀਗੀ। ਭਾਰਤ ਦੀ ਅਸਥਾਈ ਸਰਕਾਰ ਦੀ ਸਥਾਪਨਾ ਸਿੰਗਾਪੁਰ ਦੇ ਵਿੱਚ ਕਦੋਂ ਕੀਤੀ ਗਈ ਸੀ? 21 ਅਕਤੂਬਰ 1943 ਨੂੰ। 21 ਅਕਤੂਬਰ 1943 ਨੂੰ ਸਿੰਗਾਪੁਰ ਦੇ ਵਿੱਚ ਅਸਥਾਈ ਸਰਕਾਰ ਦੀ ਸਥਾਪਨਾ ਕੀਤੀ ਗਈ ਸੀ। ਅਤੇ ਇਹ ਸਰਕਾਰ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸੁਭਾਸ਼ ਚੰਦਰ ਬੋਸ ਖੁਦ ਸਨ। ਇਸ ਸਰਕਾਰ ਦਾ ਮੁੱਖ ਦਫ਼ਤਰ ਕਿੱਥੇ ਸੀ? ਰੰਗੂਨ ਦੇ ਵਿੱਚ। ਯਾਦ ਰੱਖਿਓ ਜੀ, ਆਜ਼ਾਦ ਹਿੰਦ ਫੌਜ ਨੇ ਸਿੰਗਾਪੁਰ ਦੇ ਵਿੱਚ ਸੁਤੰਤਰ ਭਾਰਤ ਦੀ ਅਸਥਾਈ ਸਰਕਾਰ ਦੀ ਸਥਾਪਨਾ ਕੀਤੀ ਸੀ 21 ਅਕਤੂਬਰ 1943 ਨੂੰ। ਇਸ ਸਰਕਾਰ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸੁਭਾਸ਼ ਚੰਦਰ ਬੋਸ ਖੁਦ ਸਨ। ਮੁੱਖ ਦਫ਼ਤਰ ਰੰਗੂਨ ਵਿਖੇ ਸੀ। ਅਤੇ ਇਸ ਸਰਕਾਰ ਨੂੰ ਜਾਪਾਨ ਅਤੇ ਜਰਮਨੀ ਦੀ ਮਾਨਤਾ ਵੀ ਪ੍ਰਾਪਤ ਸੀ। ਜਰਮਨੀ ਅਤੇ ਜਾਪਾਨ ਨੇ ਮਾਨਤਾ ਦਿੱਤੀ ਸੀ ਇਸ ਸਰਕਾਰ ਨੂੰ। ਅਤੇ ਸੁਭਾਸ਼ ਚੰਦਰ ਬੋਸ ਨੇ ਇੱਥੋਂ ਹੀ 2 ਨਾਅਰੇ ਦਿੱਤੇ ਸੀ, ਦਿੱਲੀ ਚਲੋ ਅਤੇ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ਸੁਭਾਸ਼ ਚੰਦਰ ਬੋਸ ਨੇ 2 ਪ੍ਰਸਿੱਧ ਨਾਅਰੇ ਦਿੱਤੇ ਸੀ, ਦਿੱਲੀ ਚਲੋ ਅਤੇ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ਇਹ ਨਾਅਰੇ ਵੀ ਸੁਭਾਸ਼ ਚੰਦਰ ਬੋਸ ਦੇ ਨੇ ਜੀ। 1943 ਦੇ ਵਿੱਚ ਸਿੰਗਾਪੁਰ ਦੇ ਵਿੱਚ ਸੁਤੰਤਰ ਭਾਰਤ ਦੀ ਅਸਥਾਈ ਸਰਕਾਰ ਦੀ ਸਥਾਪਨਾ ਕੀਤੀ ਸੀ ਸੁਭਾਸ਼ ਚੰਦਰ ਬੋਸ ਨੇ। ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ ਡੇ ਮੀਲ ਯੋਜਨਾ ਸੰਵਿਧਾਨ ਦੇ ਕਿਹੜੇ ਅਨੁਛੇਦ ਤਹਿਤ ਆਉਂਦੀ ਹੈ? ਅਨੁਛੇਦ 45, ਅਨੁਛੇਦ 47, ਅਨੁਛੇਦ 43, ਅਨੁਛੇਦ 41। ਸੋ ਰਾਈਟ ਆਨਸਰ ਹੈ ਜੀ ਅਨੁਛੇਦ 47। ਅਨੁਛੇਦ 47 ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚੋਂ ਇੱਕ ਹੈ, ਜਿਸ ਦੇ ਅਧੀਨ ਮਿਡ ਡੇ ਮੀਲ ਯੋਜਨਾ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਕਦੋਂ ਸ਼ੁਰੂ ਕੀਤੀ ਗਈ ਸੀ ਜੀ ਭਾਰਤ ਵਿੱਚ ਮਿਡ ਡੇ ਮੀਲ ਯੋਜਨਾ? 15 ਅਗਸਤ 1995 ਨੂੰ। 15 ਅਗਸਤ 1995 ਨੂੰ ਭਾਰਤ ਦੇ ਵਿੱਚ ਮਿਡ ਡੇ ਮੀਲ ਯੋਜਨਾ ਲਾਗੂ ਕੀਤੀ ਗਈ। ਪਹਿਲਾ ਰਾਜ ਕਿਹੜਾ ਸੀਗਾ ਜੀ ਮਿਡ ਡੇ ਮੀਲ ਯੋਜਨਾ ਲਾਗੂ ਕਰਨ ਵਾਲਾ? ਤਾਮਿਲਨਾਡੂ। ਪਹਿਲਾ ਰਾਜ ਤਾਮਿਲਨਾਡੂ ਸੀ ਜੀ ਜਿੱਥੇ ਯੋਜਨਾ ਲਾਗੂ ਕੀਤੀ ਗਈ ਸੀ। ਸਮੁੱਚੇ ਭਾਰਤ ਵਿੱਚ 15 ਅਗਸਤ 1995 ਨੂੰ ਸ਼ੁਰੂ ਕੀਤੀ ਗਈ ਸੀ ਮਿਡ ਡੇ ਮੀਲ ਯੋਜਨਾ। ਅਤੇ ਇਹ ਯੋਜਨਾ ਕਿਸ ਆਰਟੀਕਲ ਅਧੀਨ ਆ? ਆਰਟੀਕਲ 47। ਸੰਵਿਧਾਨ ਦੇ ਵਿੱਚ ਬਜਟ ਪਾਸ ਕਰਨ ਸੰਬੰਧੀ ਸੰਸਦ ਦੀਆਂ ਸ਼ਕਤੀਆਂ ਦਾ ਜ਼ਿਕਰ ਕਿਸ ਆਰਟੀਕਲ ਵਿੱਚ ਹੈ? ਆਰਟੀਕਲ 124, ਆਰਟੀਕਲ 112 ਤੋਂ 117, ਆਰਟੀਕਲ 201 ਤੋਂ 15, ਆਰਟੀਕਲ 118 ਤੋਂ 120। ਸੋ ਰਾਈਟ ਆਨਸਰ ਹੈ ਜੀ 112 ਤੋਂ
117 तक जो आर्टिकल ने उस दे विच पार्लीमेंट नूं बजट पास करन संबंधी शक्तियां दित्तियां गईयां हन। जो बजट आ वो पार्लीमेंट दे विच पास होना जरूरी है, पास होने तो बाद ही वो बजट लागू हो सकदा। सो ये शक्तियां 112 तो 117 तक दर्ज कीतियां गईयां हन। वीडियो नूं वध तो वध लाइक कमेंट ते शेयर जरूर करियो जी, ताकि होरना साथियों तक वीडियो पहुँच सके। कल नूं इस स्पैशल टैसट सीरीज़ का साडे WhatsApp ग्रुप दे विच टैसट भी लिया जाना। सो आप सब ने वो टैसट भी जरूर अटैम्प्ट करना जी। भारती संविधान की प्रस्तावना ते किहड़ी क्रांति का प्रभाव नज़र आउंदा है? फ्रांसीसी क्रांति, रूस की क्रांति, अमरीकी क्रांति, उपरोक्त सारे। राइट आंसर है जी उपरोक्त सारे। फ्रांस की जो क्रांति सी वो 1799 दे विच होई सी ते इस दा प्रसिद्ध नेता सी नैपोलीअन। फ्रांस की क्रांति का नेता कौन सी? नैपोलीअन। रूस की क्रांति का नेता कौन सी? लैनिन। कदों हुई सी? 1917 दे विच। अमरीकी क्रांति कदों हुई सी? 1776 दे विच। ते इस दा मुख नेता कौन सी? जॉर्ज वाशिंगटन। याद रखियो जी, फ्रांसी क्रांति का नेता नैपोलीअन, रूस की क्रांति का लैनिन, अमरीकी क्रांति का जॉर्ज वाशिंगटन। इन्हां तीनों ही क्रांतियां का भारत की प्रस्तावना के उपर प्रभाव नज़र आउंदा है। समवर्ती सूची विच वर्तमान किन्ने विषय शामिल हैं? 3 तरह दी सूचियां ने जी, संघ सूची, राज सूची ते समवर्ती सूची। जो समवर्ती सूची आ उस ते केंद्र सरकार ते राज सरकार दोवें अपने कानून बना सकदियां हैं। उस दे विच किन्ने विषय शामिल ने? 52, 47, 61, 100। सो राइट है जी 52 विषय। पहला किन्ने सी? 47। 47 तो वधा के समवर्ती सूची विच हुण किन्ने विषय शामिल हो चुके ने? 52 विषय। ते जो संघ सूची दे विच हुण विषय शामिल ने वो 100। संघ सूची दे विच 100 विषय शामिल ने। पहला किन्ने सी जी? 97। ते जो राज सूची आ, राज सूची दे विच पहला किन्ने विषय शामिल सी? 66। ते हुण किन्ने रह गए ने जी? 61। सो एट वर्तमान समय दे विच समवर्ती सूची विच 52 विषय, राज सूची विच 61 विषय ते संघ सूची विच 100 विषय शामिल हैं जी। भारतीय नागरिकता संविधान के किहड़े भाग विच दर्ज है? पहले भाग विच, दूजे भाग विच, तीजे भाग विच ते भाग चौथे विच। सो नागरिकता किहड़े भाग विच दर्ज है जी? भाग दूजे विच। भारतीय संविधान का जो पहला भाग है वो संघ ते राज दे नाल संबंधित है, जिस दे विच पहले 4 आर्टिकल दर्ज ने। दूजा भाग नागरिकता दे नाल संबंधित है, जिस दे विच 5 तो 11 तक आर्टिकल संबंधित ने। तीजा भाग अधिकारां नाल संबंधित है, जिस दे विच 12 तो 35 तक आर्टिकल संबंधित ने। ते चौथा भाग राज की नीति के निर्देशक सिद्धांतां दे नाल संबंधित है, जिस दे विच 36 तो 51 तक विषय शामिल हैं। सो जरूर याद रखियो जी, नागरिकता दूजे भाग दे विच है, संघ ते राज्यां बारे पहले भाग विच, तीजा भाग मौलिक अधिकारां नाल संबंधित है ते चौथा भाग राज की नीति के निर्देशक सिद्धांतां दे नाल संबंधित है। राज की नीति के निर्देशक सिद्धांतां नूं किन्ने भागां विच वंडिया गया है? 2 भागां विच, 3 भागां विच, 4 भागां विच ते 5 भागां विच। सो राइट आंसर है जी 3 भागां दे विच। राज की नीति के निर्देशक सिद्धांत जो भाग चौथा दे विच आर्टिकल 37 तो 51 तक दर्ज ने, किहड़े देश तो लए गए ने जी? आयरलैंड तो। राज की नीति के निर्देशक सिद्धांत चौथे भाग विच दर्ज हैं। 37 तो 51 तक आर्टिकल संबंधित हैं, आयरलैंड तो लए गए हैं ते 3 भागों में वंडे गए हैं। किहड़े भाग ने जी? समाजवादी, उदारवादी ते गांधीवादी। 3 भाग किहड़े ने जी? समाजवादी निर्देशक सिद्धांत,
ਗਾਂਧੀਵਾਦੀ ਨਿਰਦੇਸ਼ਕ ਸਿਧਾਂਤ, ਉਦਾਰਵਾਦੀ ਨਿਰਦੇਸ਼ਕ ਸਿਧਾਂਤ। ਸੋ ਨੈਕਸਟ ਕਰਾਂਗੇ ਜੀ, ਦੋਵੇਂ ਸਦਨਾਂ ਦੀ ਸੰਯੁਕਤ ਬੈਠਕ ਕਿਸ ਆਰਟੀਕਲ ਅਧੀਨ ਬੁਲਾਈ ਜਾਂਦੀ ਹੈ? ਜੇਕਰ ਕੋਈ ਵੀ ਵਿਵਾਦ ਪੈਦਾ ਹੋ ਜਾਵੇ ਜਾਂ ਕਿਸੇ ਬਿੱਲ 'ਤੇ ਸਹਿਮਤੀ ਨਾ ਬਣੇ ਤਾਂ ਰਾਸ਼ਟਰਪਤੀ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਬੁਲਾ ਸਕਦਾ। ਸਾਂਝੀ ਬੈਠਕ ਬੁਲਾਉਣ ਦੀ ਜੋ ਪਰੰਪਰਾ ਹੈ ਉਹ ਕਿੱਥੋਂ ਲਈ ਗਈ ਆ? ਆਸਟ੍ਰੇਲੀਆ ਤੋਂ। ਸਾਂਝੀ ਬੈਠਕ ਬੁਲਾਉਣ ਦੀ ਜੋ ਪਰੰਪਰਾ ਹੈ ਉਹ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਗ੍ਰਹਿਣ ਕੀਤੀ ਗਈ ਹੈ। ਸੋ ਇਸ ਕਿਸ ਆਰਟੀਕਲ ਅਧੀਨ ਬੁਲਾਈ ਜਾਂਦੀ ਹੈ ਜੀ ਇਹ ਬੈਠਕ? ਆਰਟੀਕਲ 108, ਆਰਟੀਕਲ 124, ਆਰਟੀਕਲ 79, ਆਰਟੀਕਲ 80। ਜੋ ਆਰਟੀਕਲ 108 ਹੈ ਜੀ ਉਹ ਸੰਬੰਧਿਤ ਹੈ ਸੰਯੁਕਤ ਬੈਠਕ ਦੇ ਨਾਲ। ਆਰਟੀਕਲ 124 ਸੰਬੰਧਿਤ ਹੈ ਸਰਵਉੱਚ ਅਦਾਲਤ ਦੇ ਨਾਲ। ਆਰਟੀਕਲ 79 ਸੰਬੰਧਿਤ ਹੈ ਸੰਸਦ ਦੇ ਨਾਲ। ਆਰਟੀਕਲ 80 ਸੰਬੰਧਿਤ ਹੈ ਰਾਜ ਸਭਾ ਦੇ ਨਾਲ। ਸੋ ਆਰਟੀਕਲ 108 ਦੇ ਅਧੀਨ ਸੰਯੁਕਤ ਬੈਠਕ ਬੁਲਾਈ ਜਾਂਦੀ ਹੈ ਜੀ, ਜਿਸ ਦੀ ਪ੍ਰਧਾਨਗੀ ਕੌਣ ਕਰਦਾ? ਲੋਕ ਸਭਾ ਦਾ ਸਪੀਕਰ। ਯਾਦ ਰੱਖਿਓ ਜੀ, ਦੋਵੇਂ ਸਦਨਾਂ ਦੀ ਬੈਠਕ ਆਰਟੀਕਲ 108 ਦੇ ਅਧੀਨ ਬੁਲਾਈ ਜਾਂਦੀ ਹੈ। ਇਸ ਦੀ ਪ੍ਰਧਾਨਗੀ ਕਰਦਾ ਲੋਕ ਸਭਾ ਦਾ ਸਪੀਕਰ। ਇਹ ਪਰੰਪਰਾ ਲਈ ਗਈ ਆ ਆਸਟ੍ਰੇਲੀਆ ਤੋਂ। ਸੋ ਨੈਕਸਟ ਕਰਾਂਗੇ ਜੀ, ਰਾਜ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ? ਰਾਸ਼ਟਰਪਤੀ, ਸੰਸਦ, ਪ੍ਰਧਾਨ ਮੰਤਰੀ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਰਾਜ ਸਭਾ ਇੱਕ ਸਥਾਈ ਸਦਨ ਹੈ ਜੀ, ਜਿਸ ਨੂੰ ਕੋਈ ਵੀ ਭੰਗ ਨਹੀਂ ਕਰ ਸਕਦਾ। ਇਸ ਦੇ ਟੋਟਲ ਮੈਂਬਰ ਹਨ 250, ਜੋ 6 ਸਾਲ ਦੇ ਲਈ ਚੁਣੇ ਜਾਂਦੇ। ਹਰ ਸਾਲ 1/3 ਮੈਂਬਰ ਇੱਕ ਤਿਹਾਈ ਮੈਂਬਰ ਜੋ ਇਸ ਦੇ ਰਿਟਾਇਰ ਹੁੰਦੇ ਹਨ 2 ਸਾਲਾਂ ਬਾਅਦ। 2 ਸਾਲਾਂ ਬਾਅਦ 1/3 ਮੈਂਬਰ ਰਿਟਾਇਰ ਹੁੰਦੇ ਆ ਜੀ। ਸੋ ਇਹ ਅਸਥਾਈ ਸਦਨ ਹੈ, ਇਸ ਨੂੰ ਕੋਈ ਵੀ ਭੰਗ ਨਹੀਂ ਕਰ ਸਕਦਾ। ਇਸ ਦੇ ਵਰਤਮਾਨ ਸਭਾਪਤੀ ਵੈਂਕਈਆ ਨਾਇਡੂ ਹਨ, ਜੋ ਭਾਰਤ ਦੇ ਉਪ ਰਾਸ਼ਟਰਪਤੀ ਹਨ। ਮੌਲਿਕ ਅਧਿਕਾਰ ਕਿਹੜੇ ਦੇਸ਼ ਤੋਂ ਲਏ ਗਏ ਹਨ? ਇੰਗਲੈਂਡ, ਆਇਰਲੈਂਡ, ਅਮਰੀਕਾ, ਦੱਖਣੀ ਅਫਰੀਕਾ। ਸੋ ਜੋ ਮੌਲਿਕ ਅਧਿਕਾਰ ਨੇ ਆਰਟੀਕਲ 12 ਤੋਂ ਆਰਟੀਕਲ 35 ਤੱਕ ਦਰਜ ਹਨ। ਕਿਹੜੇ ਦੇਸ਼ ਤੋਂ ਲਏ ਗਏ ਨੇ? ਅਮਰੀਕਾ ਤੋਂ ਇਹ ਅਧਿਕਾਰ ਲਏ ਗਏ ਹਨ। ਇੰਗਲੈਂਡ ਤੋਂ ਕੀ ਲਿਆ ਗਿਆ ਜੀ? ਸੰਸਦੀ ਸ਼ਾਸਨ ਪ੍ਰਣਾਲੀ। ਆਇਰਲੈਂਡ ਤੋਂ ਨੀਤੀ ਦੇ ਨਿਰਦੇਸ਼ਕ ਸਿਧਾਂਤ। ਦੱਖਣੀ ਅਫਰੀਕਾ ਤੋਂ ਰਾਜ ਸਭਾ ਦੀ ਚੋਣ ਪ੍ਰਕਿਰਿਆ। ਅਤੇ ਅਮਰੀਕਾ ਤੋਂ ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਨੇ ਗ੍ਰਹਿਣ ਕੀਤੇ ਹਨ। ਜ਼ਿਲ੍ਹਾ ਅਦਾਲਤ ਦੇ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ? ਮੁੱਖ ਮੰਤਰੀ, ਰਾਸ਼ਟਰਪਤੀ, ਰਾਜਪਾਲ, ਰਾਜ ਵਿਧਾਨ ਮੰਡਲ। ਸੋ ਜੋ ਜ਼ਿਲ੍ਹਾ ਅਦਾਲਤ ਹੈ, ਸੈਸ਼ਨ ਅਦਾਲਤ ਹੈ, ਉਸ ਦੇ ਜੱਜ ਦੀ ਨਿਯੁਕਤੀ ਰਾਜਪਾਲ ਕਰਦਾ। ਮੁੱਢਲੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ? 12, 14, 20, 22। ਸੋ ਜੋ ਮੂਲ ਰੂਪ ਵਿੱਚ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ ਉਹਨਾਂ ਦੀ ਗਿਣਤੀ ਸੀ 14। ਉਸ ਤੋਂ ਬਾਅਦ ਮੂਲ ਰੂਪ ਵਿੱਚ ਸੀ 14, ਉਸ 'ਤੇ ਐਟ ਏ ਟਾਈਮ ਜੋ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਅਲੱਗ-ਅਲੱਗ ਜੋ ਸੰਵਿਧਾਨਕ ਸੋਧਾਂ ਹੋਈਆਂ, ਜਿਨ੍ਹਾਂ ਦੇ ਵਿੱਚੋਂ 121ਵੀਂ, 42ਵੀਂ ਅਤੇ 92, ਸੋਧ ਨੰਬਰ 92, 21, 42, ਇਹਨਾਂ 3 ਸੋਧਾਂ ਦੇ ਰਾਹੀਂ ਭਾਸ਼ਾਵਾਂ ਦੀ ਜੋ ਗਿਣਤੀ ਹੈ ਵਧਾਈ ਗਈ। ਐਟ ਏ ਟਾਈਮ ਭਾਰਤੀ ਸੰਵਿਧਾਨ ਵਿੱਚ ਸੂਚੀ 8 ਦੇ ਅਧੀਨ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਰਾਸ਼ਟਰਪਤੀ ਨੂੰ ਸਜ਼ਾ ਮਾਫ਼ੀ ਸੰਬੰਧੀ ਕਿੰਨੇ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਹਨ? 4 ਪ੍ਰਕਾਰ ਦੇ, 5 ਪ੍ਰਕਾਰ ਦੇ, 3 ਪ੍ਰਕਾਰ ਦੇ, 2 ਪ੍ਰਕਾਰ ਦੇ। ਸੋ ਰਾਸ਼ਟਰਪਤੀ ਨੂੰ ਜੋ ਸਜ਼ਾ ਮਾਫ਼ੀ ਦੇ ਸੰਬੰਧੀ ਅਧਿਕਾਰ ਪ੍ਰਾਪਤ ਨੇ, 5 ਤਰ੍ਹਾਂ ਦੇ ਅਧਿਕਾਰ ਪ੍ਰਾਪਤ ਹਨ ਜੀ। ਸੋ ਕਿਹੜੇ ਹਨ 5 ਤਰ੍ਹਾਂ ਦੇ? ਆਰਟੀਕਲ 72 ਦੇ ਅਧੀਨ ਰਾਸ਼ਟਰਪਤੀ ਕਿਸੇ ਵੀ ਕੈਦੀ ਦੀ ਸਜ਼ਾ ਮਾफ़ ਕਰ ਸਕਦਾ ਹੈ ਜਾਂ ਘਟਾ ਸਕਦਾ ਹੈ। ਸੋ 5 ਤਰ੍ਹਾਂ ਦੇ ਅਧਿਕਾਰ ਕਿਹੜੇ ਹੈ ਜੀ? ਪੂਰਨ ਤੌਰ 'ਤੇ ਮਾਫ਼ੀ, ਸਜ਼ਾ ਨੂੰ ਘਟਾਉਣਾ, ਸਜ਼ਾ ਨੂੰ ਟਾਲਣਾ, ਸਜ਼ਾ ਦੇ ਰੂਪ ਨੂੰ ਬਦਲਣਾ। ਸੋ ਇਹ ਅਧਿਕਾਰ ਨੇ ਜੀ। ਜਾਂ ਸਜ਼ਾ ਨੂੰ ਸਥਗਿਤ ਕਰਨਾ। ਪੂਰਨ ਤੌਰ 'ਤੇ ਮਾਫ਼ੀ, ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣਾ,
ਸਜ਼ਾ ਨੂੰ ਘੱਟ ਕਰਨਾ ਤੇ ਸਜ਼ਾ ਦੀ ਪ੍ਰਕਿਰਤੀ ਨੂੰ ਬਦਲਣਾ, ਇਹ ਰਾਸ਼ਟਰਪਤੀ ਨੂੰ ਅਧਿਕਾਰ ਪ੍ਰਾਪਤ ਨੇ ਜੀ ਆਰਟੀਕਲ 72 ਦੇ ਅਧੀਨ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਰੂਪ ਰੇਖਾ ਕਿਸ ਨੇ ਤਿਆਰ ਕੀਤੀ? VR ਅੰਬੇਡਕਰ, VN ਰਾਓ, KM ਮੁਨਸੀ, ਜਵਾਹਰ ਲਾਲ ਨਹਿਰੂ। ਜੋ ਇਸ ਦੀ ਰੂਪ ਰੇਖਾ ਸੀ ਉਹ ਤਿਆਰ ਕੀਤੀ ਸੀ ਸਲਾਹਕਾਰ VN ਰਾਓ ਨੇ ਤੇ ਪ੍ਰਸਤਾਵਨਾ ਦਾ ਸੁਝਾਅ ਦਿੱਤਾ ਸੀ ਜਵਾਹਰ ਲਾਲ ਨਹਿਰੂ ਨੇ। ਸੋ ਯਾਦ ਰੱਖਿਓ ਜੀ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੀ ਰੂਪ ਰੇਖਾ VN ਰਾਓ ਨੇ ਤਿਆਰ ਕੀਤੀ ਸੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਨੈਕਸਟ ਕਰਾਂਗੇ ਜੀ, ਸੰਸਦ ਦੇ ਕਿੰਨੇ ਅਧਿਵੇਸ਼ਨ ਜਾਂ ਇਜਲਾਸ ਹੁੰਦੇ ਹਨ? 2, 4, 5, 3। ਸੋ ਜੋ ਸੰਸਦ ਆ ਉਹਦੇ 3 ਅਧਿਵੇਸ਼ਨ ਹੁੰਦੇ ਆ ਜੀ, 3 ਇਜਲਾਸ ਹੁੰਦੇ ਆ। ਉਹ 3 ਇਜਲਾਸ ਕਿਹੜੇ ਆ ਜੀ? ਪਹਿਲਾ ਇਜਲਾਸ ਆ ਬਜਟ ਇਜਲਾਸ, ਜੋ ਫਰਵਰੀ ਤੋਂ ਮਈ ਤੱਕ ਹੁੰਦਾ। ਬਜਟ ਇਜਲਾਸ ਫਰਵਰੀ ਤੋਂ ਮਈ ਤੱਕ। ਦੂਜਾ ਹੈ ਜੀ ਮਾਨਸੂਨ, ਜੋ ਕਿੱਥੋਂ? ਜੁਲਾਈ ਤੋਂ ਸਤੰਬਰ ਤੱਕ। ਯਾਦ ਰੱਖਿਓ ਜੀ, 3 ਇਜਲਾਸ, ਬਜਟ ਇਜਲਾਸ ਫਰਵਰੀ ਤੋਂ ਮਈ ਤੱਕ, ਮਾਨਸੂਨ ਇਜਲਾਸ ਜੁਲਾਈ ਤੋਂ ਸਤੰਬਰ ਤੱਕ ਤੇ ਸਰਦ ਰੁੱਤ ਇਜਲਾਸ ਨਵੰਬਰ ਤੋਂ ਦਸੰਬਰ ਤੱਕ। 3 ਤਰ੍ਹਾਂ ਦੇ ਇਜਲਾਸ ਹੁੰਦੇ ਆ ਜੀ, ਬਜਟ ਇਜਲਾਸ, ਮਾਨਸੂਨ ਤੇ ਸਰਦ ਰੁੱਤ ਇਜਲਾਸ। ਪਹਿਲੇ ਕਾਰਜਵਾਹਕ ਰਾਸ਼ਟਰਪਤੀ ਕੌਣ ਸਨ? ਡਾਕਟਰ S ਰਾਧਾ ਕ੍ਰਿਸ਼ਨ, ਸ੍ਰੀ BV ਗਿਰੀ, BD ਜੱਤੀ, ਗਿਆਨੀ ਜੈਲ ਸਿੰਘ। ਸੋ ਡਾਕਟਰ BV ਗਿਰੀ, ਸ੍ਰੀ BV ਗਿਰੀ ਭਾਰਤ ਦੇ ਪਹਿਲੇ ਕਾਰਜਵਾਹਕ ਰਾਸ਼ਟਰਪਤੀ ਨੇ ਜੀ। ਤੇ ਉਸ ਤੋਂ ਬਾਅਦ ਇਹ ਭਾਰਤ ਦੇ ਪਹਿਲੇ ਸੁਤੰਤਰ ਤੌਰ 'ਤੇ ਚੁਣੇ ਜਾਣ ਵਾਲੇ ਰਾਸ਼ਟਰਪਤੀ ਵੀ BV ਗਿਰੀ ਹਨ। BV ਗਿਰੀ ਤੋਂ ਬਾਅਦ ਹਦਾਇਤੁੱਲਾ ਨੂੰ ਰਾਸ਼ਟਰਪਤੀ ਬਣਾਇਆ ਗਿਆ ਸੀ। ਉਸ ਤੋਂ ਬਾਅਦ ਸੁਤੰਤਰ ਰੂਪ ਦੇ ਵਿੱਚ BV ਗਿਰੀ ਨੇ ਚੋਣ ਜਿੱਤ ਕੇ ਸੁਤੰਤਰ ਤੌਰ 'ਤੇ ਭਾਰਤ ਦੇ ਰਾਸ਼ਟਰਪਤੀ ਬਣੇ ਸੀ। ਸੋ ਭਾਰਤ ਦੇ ਚੌਥੇ ਰਾਸ਼ਟਰਪਤੀ ਸੀ BV ਗਿਰੀ ਤੇ ਭਾਰਤ ਦੇ ਪਹਿਲੇ ਕਾਰਜਵਾਹਕ ਰਾਸ਼ਟਰਪਤੀ ਨੇ BV ਗਿਰੀ। ਉਹਨਾਂ ਤੋਂ ਬਾਅਦ ਕਾਰਜਵਾਹਕ ਕੌਣ ਰਹਿ ਚੁੱਕੇ ਨੇ ਜੀ? VD ਜੱਤੀ। ਪੰਚਾਇਤ ਦਿਵਸ ਕਦੋਂ ਮਨਾਇਆ ਜਾਂਦਾ ਹੈ? 18 ਅਪ੍ਰੈਲ, 22 ਅਪ੍ਰੈਲ, 5 ਅਪ੍ਰੈਲ, 24 ਅਪ੍ਰੈਲ। ਸੋ ਰਾਈਟ ਹੈ ਜੀ 24 ਅਪ੍ਰੈਲ, ਕਿਉਂਕਿ ਜੋ ਪੰਚਾਇਤ ਨਾਲ ਸੰਬੰਧਿਤ ਸੰਵਿਧਾਨਕ ਸੰਸ਼ੋਧਨ ਸੀ ਉਹ ਪਾਸ ਹੋਇਆ ਸੀ 24 ਅਪ੍ਰੈਲ 1993 ਨੂੰ। 24 ਅਪ੍ਰੈਲ 1993 ਨੂੰ। ਇਸੇ ਕਾਰਨ 2011 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ, ਜੋ ਭਾਰਤ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਨੇ 24 ਅਪ੍ਰੈਲ ਨੂੰ ਪੰਚਾਇਤ ਦਿਵਸ ਦੇ ਰੂਪ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਸੋ 24 ਅਪ੍ਰੈਲ 1993 ਨੂੰ ਪੰਚਾਇਤ ਦੇ ਨਾਲ ਸੰਬੰਧਿਤ ਸੰਵਿਧਾਨਕ ਮਾਨਤਾ ਪ੍ਰਾਪਤ ਹੋਈ ਸੀ। ਇਸੇ ਕਰਕੇ 2011 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ 24 ਅਪ੍ਰੈਲ ਨੂੰ ਪੰਚਾਇਤ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਸੀ। ਰਾਈਟ ਟੂ ਪਟੀਸ਼ਨ ਕਿਹੜੇ ਅਧਿਕਾਰ ਤਹਿਤ ਆਉਂਦਾ ਹੈ? ਪਟੀਸ਼ਨ ਦਾਇਰ ਕਰ ਸਕਦੇ ਹਾਂ ਆਪਾਂ। ਇਹ ਆਪਣਾ ਕਿਹੜਾ ਅਧਿਕਾਰ ਹੈ ਜੀ? ਨੈਤਿਕ ਅਧਿਕਾਰ, ਕਾਨੂੰਨੀ ਅਧਿਕਾਰ, ਆਰਥਿਕ ਅਧਿਕਾਰ ਤੇ ਰਾਜਨੀਤਿਕ ਅਧਿਕਾਰ। ਰਾਈਟ ਟੂ ਪਟੀਸ਼ਨ ਦਾ ਅਧਿਕਾਰ ਹੈ ਜੀ ਆਪਣਾ ਰਾਜਨੀਤਿਕ ਅਧਿਕਾਰ। ਮੂਲ ਰੂਪ ਵਿੱਚ ਅਧਿਕਾਰ 3 ਤਰ੍ਹਾਂ ਦੇ ਹੁੰਦੇ ਨੇ: ਕੁਦਰਤੀ ਅਧਿਕਾਰ, ਨੈਤਿਕ ਅਧਿਕਾਰ ਤੇ ਰਾਜਨੀਤਿਕ ਅਧਿਕਾਰ ਜਾਂ ਕਾਨੂੰਨੀ ਅਧਿਕਾਰ। 3 ਤਰ੍ਹਾਂ ਦੇ ਹੁੰਦੇ ਆ ਜੀ: ਕੁਦਰਤੀ ਅਧਿਕਾਰ ਤੇ ਨੈਤਿਕ ਅਧਿਕਾਰ, ਕਾਨੂੰਨੀ ਅਧਿਕਾਰ। ਕਾਨੂੰਨੀ ਅਧਿਕਾਰਾਂ ਨੂੰ ਅੱਗੇ 4 ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਉਹ ਕਿਹੜੇ 4 ਨੇ ਜੀ? ਨਾਗਰਿਕ ਅਧਿਕਾਰ, ਰਾਜਨੀਤਿਕ ਅਧਿਕਾਰ, ਆਰਥਿਕ ਅਧਿਕਾਰ ਤੇ ਮੌਲਿਕ ਅਧਿਕਾਰ। ਸੋ ਉਹਨਾਂ ਦੇ ਵਿੱਚੋਂ ਰਾਜਨੀਤਿਕ ਅਧਿਕਾਰ ਹੈ ਜੀ ਰਾਈਟ ਟੂ ਪਟੀਸ਼ਨ। ਸੋ ਇਹ ਸੀ ਅੱਜ ਦੀ ਸਪੈਸ਼ਲ ਟੈਸਟ ਸੀਰੀਜ਼ 8ਵੀਂ ਦੇ 25 ਮਹੱਤਵਪੂਰਨ ਪ੍ਰਸ਼ਨ। ਮੈਨੂੰ ਉਮੀਦ ਹੈ ਕਿ ਆਪ ਸਭ ਨੇ ਵੀਡੀਓ ਬਹੁਤ ਧਿਆਨ ਦੇ ਨਾਲ ਸੁਣੀ ਹੋਵੇਗੀ ਤੇ ਪ੍ਰਸ਼ਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ। ਸੋ ਹੁਣ ਇਸ ਵੀਡੀਓ ਦੇ ਵਿੱਚੋਂ 5 ਪ੍ਰਸ਼ਨ ਤੁਹਾਨੂੰ ਪੁੱਟ ਕੀਤੇ ਜਾਣਗੇ, ਜਿਨ੍ਹਾਂ ਦੇ ਜਵਾਬ ਤੁਸੀਂ ਕਮੈਂਟ ਦੇ ਵਿੱਚ ਦੇਣੇ ਆ ਜੀ।
ਮੌਲਿਕ ਅਧਿਕਾਰ ਕਿਹੜੇ ਦੇਸ਼ ਤੋਂ ਲਏ ਗਏ ਹਨ? ਮੌਲਿਕ ਅਧਿਕਾਰ ਕਿਹੜੇ ਦੇਸ਼ ਤੋਂ ਲਏ ਗਏ ਹਨ ਅਤੇ ਭਾਰਤੀ ਸੰਵਿਧਾਨ ਵਿੱਚ ਕਿਹੜੇ ਆਰਟੀਕਲ ਵਿੱਚ ਦਰਜ ਹਨ? ਸੁਤੰਤਰ ਭਾਰਤ ਦੇ ਵਿੱਚ ਗਵਰਨਰ ਜਨਰਲ ਦੇ ਅਹੁਦੇ ਨੂੰ ਕਦੋਂ ਖਤਮ ਕੀਤਾ ਗਿਆ ਅਤੇ ਭਾਰਤ ਦੇ ਆਖਰੀ ਗਵਰਨਰ ਜਨਰਲ ਕੌਣ ਸਨ? ਸਾਰਦਾ ਐਕਟ ਕਿਸ ਵਿਸ਼ੇ ਨਾਲ ਸੰਬੰਧਿਤ ਸੀ ਅਤੇ ਕਦੋਂ ਪਾਸ ਕੀਤਾ ਗਿਆ? ਭਾਰਤ ਦਾ ਪਹਿਲਾ ਰਾਜਨੀਤਿਕ ਕੈਦੀ ਕਿਸ ਨੂੰ ਕਿਹਾ ਗਿਆ ਹੈ? ਸੰਯੁਕਤ ਬੈਠਕ ਕਿਸ ਆਰਟੀਕਲ ਅਧੀਨ ਬੁਲਾਈ ਜਾਂਦੀ ਹੈ ਅਤੇ ਇਹ ਪਰੰਪਰਾ ਕਿਹੜੇ ਦੇਸ਼ ਤੋਂ ਲਈ ਗਈ ਹੈ? ਇਹ 5 ਪ੍ਰਸ਼ਨ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ ਜੀ। ਮੌਲਿਕ ਅਧਿਕਾਰ ਕਿਹੜੇ ਦੇਸ਼ ਤੋਂ ਲਏ ਗਏ? ਆਖਰੀ ਗਵਰਨਰ ਜਨਰਲ ਕੌਣ ਸੀ? ਸਾਰਦਾ ਐਕਟ ਕਿਹੜੇ ਵਿਸ਼ੇ ਨਾਲ ਸੰਬੰਧਿਤ ਹੈ? ਰਾਜਨੀਤਿਕ ਕੈਦੀ ਕਿਸ ਨੂੰ ਕਿਹਾ ਗਿਆ? ਸੰਯੁਕਤ ਬੈਠਕ ਕਿਸ ਆਰਟੀਕਲ ਅਧੀਨ ਬੁਲਾਈ ਜਾਂਦੀ ਹੈ? ਸੋ ਇਹ ਸੀ ਤੁਹਾਡੇ 5 ਪ੍ਰਸ਼ਨ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਵੀਡੀਓ ਨੂੰ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਇਸ ਵੀਡੀਓ ਦਾ ਸਾਡੇ WhatsApp ਗਰੁੱਪ ਦੇ ਵਿੱਚ ਟੈਸਟ ਹੋਣਾ ਜੀ। ਸੋ ਜਿਸ ਨੇ ਵੀ ਸਾਥੀ ਨੇ ਟੈਸਟ ਦੇਣਾ ਹੋਵੇ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਜੀ 97 1500 8800 'ਤੇ ਮੈਸੇਜ ਵੀ ਕਰ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।